ਗੁਰਸਰਨ ਸਿੰਘ ਨੇ ਇਹ ਜੋ ਇੱਕ ਦੋਹੇ ਦੀਆਂ ਦੋ ਪੰਕਤੀਆਂ ਲਿਖੀਆਂ ਹਨ, ਇਹ ਸਿੱਖ ਜ਼ਿਆਦਾਤਰ ਗੁਰਦੁਆਰਿਆਂ ਦੇ ਵਿੱਚ ਅਰਦਾਸ ਤੋਂ ਬਾਅਦ ਪੜ੍ਹਦੇ ਹਨ। ਪਰ ਹੈਨ ਇਹ ਸਿੱਖਾਂ ਦੇ ਗੁਰੂਆਂ ਦੇ ਸਿਧਾਂਤਾਂ ਤੋਂ ਬਿਲਕੁਲ ਉਲਟ। ਪਰ ਲਿਖੀਆਂ ਹਨ ਕਿਸੇ ਕਵੀ ਵਿਦਵਾਨ ਨੇ, ਤੇ ਵਿਦਵਾਨ ਨੇ ਲਿਖੀਆਂ ਹੋਣ ਤੇ ਜ਼ਿਆਦਾ ਲੋਕ ਮੰਨਦੇ ਹਨ ਕਿੱਡਾ ਤਕੜਾ ਵਿਦਵਾਨ ਸੀ ਜਿੰਨੇ ਇਹ ਲਿਖੀਆਂ ਹਨ, ਤੇ ਇਸ ਕਾਰਨ ਪੜ੍ਹੀਆਂ ਵੀ ਜਾਂਦੀਆਂ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਪ੍ਰਭ ਕੋ ਮਿਲ ਪੋਚਾ ਹੈ ਖੋਜ ਸ਼ਬਦ ਮੇਂ ਲੇ। ਸ਼ਬਦ ਦੇ ਵਿੱਚ ਖੋਜਣਾ ਨਹੀਂ ਹੈ, ਸ਼ਬਦ ਦੁਆਰਾ ਮਿਟਣਾ ਹੈ। ਪਰ ਮਿਟਣਾ ਔਖਾ ਹੈ ਨਾ, ਤੇ ਖੋਜ ਕਰਨੀ ਸਿਖਾਲੀ ਹੈ। ਤੇ ਧਾਰਮਿਕ ਲੋਕ ਪੜ੍ਹ ਪੜ੍ਹ ਕੇ, ਜ਼ਿਆਦਾ ਪੜ੍ਹੇ ਲਿਖੇ ਸਮਝਦਾਰ ਵਿਚਾਰ ਕਰਦੇ ਹਨ, ਖੋਜਦੇ ਹਨ। ਮਿਟਣਾ ਨਹੀਂ ਨਾ ਕੋਈ ਚਾਹੁੰਦਾ ਹੈ। ਫਿਰ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਦੇਹ ਦੀ ਤਰ੍ਹਾਂ ਮੰਨ ਲੈਣਾ ਸਿਖਾਲਾ ਹੈ। ਤੇ ਮੰਨ ਵੀ ਰਹੇ ਹਨ ਸਿੱਖ। ਉੱਦਾਂ ਹੀ ਭੋਗ ਲਵਾ ਰਹੇ ਹਨ, ਜਿਵੇਂ ਦੇਹੀ ਨੂੰ ਲਵਾਏ ਜਾਂਦੇ ਹਨ, ਜਿਵੇਂ ਹਿੰਦੂ ਮੂਰਤੀ ਡਲਵਾਉਂਦੇ ਹਨ। ਉੱਦਾਂ ਹੀ ਜਿਵੇਂ ਠੰਡ ਲੱਗਦੀ ਹੈ ਕਿਸੇ ਮਨੁੱਖ ਨੂੰ, ਕੱਪੜੇ ਦੀ ਲੋੜ ਹੈ ਤੇ ਇਹ ਕੰਬਲ ਉੱਪਰ ਦਿੰਦੇ ਆ। ਗਰਮੀਆਂ ਦੇ ਦਿਨਾਂ 'ਚ ਏਸੀ ਵੀ ਲਾਉਂਦੇ ਹਨ ਵੀ ਗਰਮੀ ਨਾ ਲੱਗੇ। ਦੇਹ ਹੈ ਨਾ, ਸਰੀਰ ਸਮਝ ਲਿਆ। ਤੇ ਸਰੀਰ ਦੀ ਤਰ੍ਹਾਂ ਹੀ ਫਿਰ ਪੂਜਾ ਕਰਦੇ ਹਨ, ਆਰਤੀ ਕਰਦੇ ਹਨ, ਜਿਵੇਂ ਹਿੰਦੂ ਕਰਦੇ ਹਨ। ਫਿਰ ਪੁਰਾਣੇ ਗੁਰੂਆਂ ਦੇ ਵੀ ਸਰੀਰਾਂ ਨਾਲ ਹੀ ਜੁੜੇ ਹੋਏ ਹਨ। ਕੁਛ ਕੁ ਵਿਦਵਾਨਾਂ ਨੇ ਇਤਿਹਾਸ ਲਿਖ ਦਿੱਤਾ ਤੇ ਇਤਿਹਾਸ ਦੁਆਰਾ ਤਸਵੀਰਾਂ ਬਣ ਗਈਆਂ। ਹੁਣ ਤੇ ਅੱਗੇ ਮੂਰਤੀਆਂ ਵੀ ਬਣ ਰਹੀਆਂ ਹਨ ਤੇ ਇਤਿਹਾਸਿਕ ਸਥਾਨ ਬਣ ਗਏ, ਉੱਥੇ ਮੂਰਤੀਆਂ ਲੱਗਣਗੀਆਂ ਜਿਵੇਂ ਹਿੰਦੂ ਮੰਦਰਾਂ ਦੇ ਵਿੱਚ ਹਨ, ਤੇ ਲੱਗ ਹੀ ਰਹੀਆਂ ਹਨ, ਤਾਂ ਉਹਨਾਂ ਦੀ ਪੂਜਾ ਹੋਵੇਗੀ। ਐਸੀ ਦੁਰਦਸ਼ਾ ਧਰਮ ਦੀ ਕਿਉਂ ਹੁੰਦੀ ਹੈ? ਐਸਾ ਨਹੀਂ ਇਹ ਹੁਣ ਹੋ ਰਿਹਾ ਹੈ, ਇਹ ਸਦੀਆਂ ਤੋਂ ਹੀ ਹੁੰਦਾ ਹੈ ਤੇ ਹੁੰਦਾ ਹੀ ਆਇਆ ਹੈ। ਹਰ ਸਤਿਪੁਰਖ ਦੇ ਪਿੱਛੇ ਇੱਦਾਂ ਹੀ ਹੁੰਦਾ ਹੈ। ਜਿਵੇਂ ਮੁਹੰਮਦ ਸਾਹਿਬ ਨੇ ਕਾਬੇ ਵਿੱਚੋਂ ਸਾਰੀਆਂ ਮੂਰਤੀਆਂ ਬਾਹਰ ਕੱਢ ਕੇ ਸੁੱਟੀਆਂ ਸਨ ਵੀ ਮੂਰਤੀ ਪੂਜਾ ਨਹੀਂ ਕਰਨੀ, ਦੁਆ ਕਰਨੀ ਹੈ ਨਿਰਗੁਣ ਸਾਹਮਣੇ, ਨਮਾਜ਼ ਪੜ੍ਹਨੀ, ਆਕਾਰ ਦੇ ਨਾਲ ਨਹੀਂ ਜੁੜਨਾ, ਉਹਨਾਂ ਦਾ ਕਹਿਣ ਦਾ ਭਾਵ ਸੀ। ਪਰ ਮੁਸਲਮਾਨ ਉਸ ਕਾਬੇ ਦੇ ਨਾਲ ਹੀ ਹੁਣ ਜੁੜੇ ਹੋਏ ਹਨ ਸਾਰੇ, ਅਤੇ ਉਸ ਕਾਬੇ ਨੂੰ ਹੀ ਮੰਦਰ ਬਣਾ ਲਿਆ ਉਹਨਾਂ ਨੇ, ਅਤੇ ਉੱਧਰ ਨੂੰ ਹੀ ਨਮਾਜ਼ ਪੜ੍ਹਦੇ ਹਨ ਅਤੇ ਆਕਾਰ ਦੇ ਨਾਲ ਤਾਂ ਜੁੜ ਗਏ ਨਾ। ਅਤੇ ਸੰਗੇ ਅਸਵੇਦ ਉਹਨਾਂ ਦੀ ਮੂਰਤੀ ਬਣ ਗਈ, ਉਹਦੀ ਜਾ ਕੇ ਜ਼ਿਆਰਤ ਕਰਦੇ ਹਨ, ਪਰਿਕਰਮਾ ਕਰਦੇ ਹਨ, ਜੁੜ ਗਏ ਨਾ। ਫਿਰ ਇਵੇਂ ਹੀ ਗੌਤਮ ਬੁੱਧ ਨੇ ਉਸ ਸਮੇਂ ਮੂਰਤੀਆਂ ਦਾ ਬਹੁਤ ਵਿਰੋਧ ਕੀਤਾ ਸੀ।
ਕਿਉਂਕਿ ਜ਼ਿਆਦਾਤਰ ਲੋਕ ਮੂਰਤੀਆਂ ਨਾਲ ਜੁੜੇ ਹੋਏ ਸਨ। ਅਤੇ ਇਸੇ ਕਾਰਨ ਹੀ ਹਿੰਦੂ ਬ੍ਰਾਹਮਣ ਨਾਰਾਜ਼ ਸਨ ਬੋਧੀਆਂ ਕੋਲ, ਤਾਂ ਉਹਨਾਂ ਨੂੰ ਬਹੁਤ ਸਮੇਂ ਭਾਰਤ ਦੇ ਵਿੱਚ ਟਿਕਣ ਨਹੀਂ ਸੀ ਦਿੱਤਾ ਉਹਨਾਂ ਨੇ। ਤੇ ਪਰ ਦੇਖੋ, ਜਿਹੜਾ ਇੰਨਾ ਮੂਰਤੀਆਂ ਦਾ ਵਿਰੋਧੀ ਸੀ, ਉਹਦੀਆਂ ਸਭ ਤੋਂ ਜ਼ਿਆਦਾ ਮੂਰਤੀਆਂ ਬਣ ਗਈਆਂ। ਕਮਾਲ ਹੋ ਗਈ ਨਾ। ਗੌਤਮ ਬੁੱਧ ਦੀਆਂ ਤਕਰੀਬਨ ਸਭ ਤੋਂ ਜ਼ਿਆਦਾ ਮੂਰਤੀਆਂ। ਐਸਾ ਹੀ ਹੁੰਦਾ ਹੈ। ਉਹ ਤੇ ਜੋੜਦੇ ਹਨ ਉਪਦੇਸ਼ ਦੇ ਨਾਲ, ਪਰ ਜਿਹੜੇ ਪਿੱਛੇ ਚੱਲਣ ਵਾਲੇ ਹਨ ਉਹਨਾਂ ਨੂੰ ਬਾਹਰੋਂ ਦੇਖਦੇ ਹਨ। ਬਾਹਰੋਂ ਦੇਖ ਕੇ ਉਹਦੇ ਆਕਾਰ ਦੇ ਨਾਲ ਜੁੜ ਜਾਂਦੇ ਹਨ, ਜਾਂ ਉਹਨਾਂ ਦੀਆਂ ਜਗ੍ਹਾ ਬਣਾ ਲੈਂਦੇ ਹਨ, ਜਗ੍ਹਾ ਨਾਲ ਜੁੜ ਜਾਂਦੇ। ਤੋ ਜੁੜਨਾ ਸਿਖਾਲਾ ਹੈ। ਉਪਦੇਸ਼ ਮੰਨਣਾ ਬਹੁਤ ਔਖਾ ਹੈ। ਹੁਣ ਤੁਸੀਂ ਇਉਂ ਸਮਝ ਲਵੋ ਵੀ ਜੋ ਮੈਂ ਕਹਿ ਰਿਹਾ ਹਾਂ ਵੀ ਸੰਸਾਰ ਝੂਠ ਹੈ, ਇਹਦੇ ਵੱਲੋਂ ਧਿਆਨ ਹਟਾਉਣਾ ਹੈ। ਮਿਥਿਆ ਤਨ ਤਨ ਕੁਟੰਬ ਸਬਾਇਆ, ਸਭ ਕੁਛ ਮਿਥਿਆ। ਇਹਦੇ ਨੂੰ ਧਿਆਨ ਹਟਾਉਣਾ ਹੈ, ਪਰ ਧਿਆਨ ਹਟਾਉਣਾ ਤਾਂ ਬਹੁਤ ਔਖਾ ਹੈ ਸੰਸਾਰ ਵੱਲੋਂ। ਜਿਸ ਢੰਗ ਦੇ ਨਾਲ ਇਹ ਮੇਰਾ ਸਰੀਰ ਚੱਲ ਰਿਹਾ ਹੈ, ਇਹਦੀ ਨਕਲ ਕਰਨੀ ਸਿਖਾ ਲਈ ਹੈ। ਤੇ ਕੋਈ ਆਦਮੀ ਨਕਲ ਕਰਨ ਲੱਗ ਜਾਵੇ ਤਾਂ ਉਹ ਨਕਲ 'ਚ ਹੀ ਹੋ ਜਾਵੇਗਾ ਨਾ, ਗਿਆਨ ਥੋੜ੍ਹੀ ਹੋਵੇਗਾ। ਫਿਰ ਨਕਲ ਕਰਕੇ ਉਹੋ ਜਿਹਾ ਬਣੇਗਾ ਥੋੜ੍ਹੀ। ਸਦੀਆਂ ਤੋਂ ਹੀ ਹਿੰਦੂ ਨਕਲ ਕਰਦੇ ਆਏ ਹਨ, ਰਾਮ ਦੀ, ਕ੍ਰਿਸ਼ਨ ਦੀ, ਦੇਵੀ ਦੇਵਤਿਆਂ ਦੀ। ਕੋਈ ਹੋਇਆ ਦੁਬਾਰਾ? ਨਕਲ ਕੀਤਿਆਂ ਵੈਸਾ ਥੋੜ੍ਹੀ ਹੋ ਜਾਵੇਗਾ। ਤੇ ਲੋਕ ਨਕਲ ਕਰਦੇ ਹਨ। ਸਿੱਖ ਵੀ ਪੁਰਾਣੇ ਸਿੱਖਾਂ ਦੀ ਨਕਲ ਕਰਦੇ ਵੀ ਵੈਸੇ ਹੋ ਜਾਈਏ, ਸਾਹਿਬਜ਼ਾਦਿਆਂ ਵਰਗੇ ਬਣਨਾ ਹੈ, ਗੁਰੂਆਂ ਵਰਗੇ ਬਣਨਾ ਹੈ। ਬਾਹਰੋਂ ਨਕਲ ਕਰਕੇ ਤੁਸੀਂ ਵੈਸੇ ਥੋੜ੍ਹੀ ਬਣ ਜਾਓਗੇ। ਭਾਵੇਂ ਵੈਸਾ ਪਹਿਰਾਵਾ ਪਾ ਕੇ ਤੁਸੀਂ ਘੋੜੇ 'ਤੇ ਚੜ੍ਹ ਵੀ ਜਾਓ ਅਤੇ ਨਕਲ 'ਚ ਹੀ ਲੱਗੋਗੇ। ਉਸ ਸਮੇਂ ਜੋ ਆਕਾਰ ਸੀ ਉਹ ਖੋ ਗਿਆ, ਦੁਬਾਰਾ ਥੋੜ੍ਹੀ ਕੋਈ ਹੁੰਦਾ ਹੈ। ਕਿਸੇ ਵਰਗਾ ਵੀ ਕੋਈ ਨਹੀਂ ਹੋ ਸਕਦਾ, ਤੁਹਾਡੇ ਵਰਗਾ ਵੀ ਕੋਈ ਨਹੀਂ ਹੋ ਸਕਦਾ। ਪਰਮਾਤਮਾ ਇੱਕੋ ਵਾਰ ਹੀ ਬਣਾਉਂਦਾ ਹੈ, ਦੁਬਾਰਾ ਵੈਸਾ ਨਹੀਂ ਬਣਾਉਂਦਾ ਹੈ। ਤੇ ਬਾਹਰੋਂ ਵੈਸੇ ਥੋੜ੍ਹੀ ਹੋਣਾ। ਤੇ ਜਦੋਂ ਸਤਿਪੁਰਖ ਹੁੰਦੇ ਹਨ ਉਦੋਂ ਤੇ ਵਰਜਦੇ ਹਨ ਵੀ ਬਾਹਰੋਂ ਨਹੀਂ ਨਕਲ ਕਰਨੀ ਹੈ, ਬਾਹਰੋਂ ਸਾਡਾ ਜੀਵਨ ਵੀ ਝੂਠ ਹੈ। ਤੇ ਕਈ ਕਰਨ ਲੱਗ ਜਾਂਦੇ ਹਨ। ਇਸ ਕਰਕੇ ਕਿਹਾ ਵੀ ਹੈ, ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ। ਵੀ ਮੂਰਖੋ, ਜੋ ਅਸੀਂ ਕਹਿੰਦੇ ਹਾਂ ਉਹ ਕਮਾਵੋ, ਸਾਡੀ ਕਰਨੀ ਦੇ ਪਿੱਛੇ ਕਿਉਂ ਭੱਜ ਰਹੇ ਹੋ? ਜੋ ਅਸੀਂ ਕੰਮ ਕਰ ਰਹੇ ਹੋ ਵੈਸੇ ਹੀ ਕਰੋਗੇ ਤੁਸੀਂ, ਵੈਸੇ ਕਿਉਂ ਕਰ ਰਹੇ ਹੋ ਤੁਸੀਂ? ਸਾਡੀ ਬਾਹਰੋਂ ਰੀਸ ਨਾ ਕਰੋ। ਜੋ ਕਿਹਾ ਹੈ ਇਹ ਵਾਸਤਵਿਕ ਹੈ। ਖਿਆਲ ਵਿੱਚ ਰੱਖੋ, ਜੀਵਨ ਗੁਰੂਆਂ ਦਾ ਵੀ ਝੂਠ ਹੁੰਦਾ ਹੈ, ਸਰੀਰ ਉਹਨਾਂ ਦਾ ਵੀ ਝੂਠ ਸੀ, ਇਸ ਕਰਕੇ ਮਿਟ ਗਿਆ ਨਾ। ਇਸੇ ਕਾਰਨ ਹੀ ਇਤਿਹਾਸ ਨੂੰ ਵੀ ਮਿਥਿਹਾਸ ਕਿਹਾ ਜਾਂਦਾ ਹੈ। ਮਿਥਿਆ ਝੂਠ, ਭਾਵ ਕਿ ਜੋ ਉਹਨਾਂ ਦਾ ਝੂਠ ਸੀ ਬਾਹਰ, ਉਹਦਾ ਇਤਿਹਾਸ ਬਣਿਆ ਹੋਇਆ ਹੈ। ਜੀਵਨ ਦਾ ਬਾਹਰ ਦੇਖ ਕੇ ਬਣਾਇਆ ਗਿਆ। ਅਤੇ ਇਤਿਹਾਸ ਵੀ ਵਿਦਵਾਨ ਲਿਖਦੇ ਹਨ। ਦੇਖੋ, ਅਤੇ ਜਿਨ੍ਹਾਂ ਨੂੰ ਲੋਕ ਵਿਦਵਾਨ ਸਮਝਦੇ ਹਨ, ਇਹੋ ਹੀ ਧਰਮ ਦਾ ਪਤਨ ਕਰਦੇ ਹਨ, ਕਿਉਂਕਿ ਇਹ ਬਾਹਰ ਜੋੜ ਦਿੰਦੇ ਆ। ਅਤੇ ਸਿੱਖ ਸਾਰੇ ਹੀ ਇਤਿਹਾਸ ਦੁਆਰਾ ਬਾਹਰ ਜੁੜ ਗਏ, ਬਾਹਰ ਇਤਿਹਾਸਿਕ ਸਥਾਨ ਬਣ ਗਏ ਅਤੇ ਸਥਾਨਾਂ ਦੇ ਨਾਲ ਜੁੜ ਗਏ।
ਤੇ ਵੈਸੀਆਂ ਇਤਿਹਾਸਿਕ ਤਸਵੀਰਾਂ ਬਣ ਗਈਆਂ। ਹੁਣ ਤਸਵੀਰਾਂ ਉਸ ਥਾਂ 'ਤੇ ਲੱਗੀਆਂ ਹਨ, ਫਿਰ ਧੀਰੇ ਧੀਰੇ ਵੈਸੀਆਂ ਹੀ ਮੂਰਤੀਆਂ ਬਣ ਜਾਣਗੀਆਂ ਤੇ ਲੋਕ ਬਾਹਰ ਜੁੜ ਗਏ। ਫਿਰ ਪੜ੍ਹਦੇ ਵੀ ਹਨ, ਤੀਰਥ ਨਾਵਣ ਜਾਓ ਤੀਰਥ ਨਾਮ, ਤੇ ਪਰ ਆਪ ਕਿਉਂ ਤੀਰਥਾਂ 'ਤੇ ਤੁਰੇ ਫਿਰਦੇ ਆ। ਫਿਰ ਕਹਿੰਦੇ ਵੀ ਹਨ ਸਾਡਾ ਗੁਰੂ ਗ੍ਰੰਥ ਸਾਹਿਬ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਤੁਹਾਡੇ ਪਿੰਡ 'ਚ ਮੌਜੂਦ ਹੈ। ਫਿਰ ਇਤਿਹਾਸਿਕ ਸਥਾਨ 'ਤੇ ਕਿਉਂ ਜਾ ਰਹੇ ਹੋ? ਤੇ ਉਹਨਾਂ ਨਾਲ ਵੀ ਮੋਹ ਦੇਖੋ ਪਾ ਦਿੱਤਾ ਹੈ ਵਿਦਵਾਨਾਂ ਨੇ। ਤੇ ਵਿਦਵਾਨ ਬੜੀ ਉਪਮਾ ਕਰਦੇ ਹਨ ਧਾਰਮਿਕ ਸਥਾਨਾਂ ਦੀ, ਵੀ ਇੱਥੇ ਬੜੀਆਂ ਮਨੋਕਾਮਨਾ ਪੂਰੀਆਂ ਹੁੰਦੀਆਂ, ਤੇ ਲੋਕ ਬਾਹਰ ਮਨੋਕਾਮਨਾ ਕਰਕੇ ਜੁੜੇ ਹੋਏ ਹਨ। ਵੀ ਇੱਥੇ ਗੁਰੂਆਂ ਨੇ ਬੜੇ ਵਾਰ ਦਿੱਤੇ ਹਨ, ਬੜਿਆਂ ਦੀਆਂ ਝੋਲੀਆਂ ਭਰੀਆਂ ਹਨ। ਦੇਖੋ ਉਹੋ ਹੀ ਬੇਵਕੂਫੀਆਂ ਸਿੱਖ ਕਰ ਰਹੇ ਹਨ ਜਿਹੜੀਆਂ ਹਿੰਦੂ ਕਰ ਰਹੇ ਹਨ। ਹਿੰਦੂ ਵੀ ਦੇਵੀ ਦੇਵਤਿਆਂ ਦੀ ਇਸ ਤਰ੍ਹਾਂ ਹੀ ਕਰਦੇ ਹਨ ਉਸਤਤ, ਵੀ ਆਹ ਦੇਵੀ ਦੇਵਤਾ ਆਹ ਤੁਹਾਨੂੰ ਝੋਲੀਆਂ ਭਰ ਕੇ ਦੇਊਗਾ। ਉਹੋ ਹੀ ਸਿੱਖ ਕਰ ਰਹੇ ਹਨ। ਪਰ ਜਦੋਂ ਉਹ ਮੌਜੂਦ ਸਨ ਸਤਿਗੁਰੂ, ਉਦੋਂ ਤੇ ਉਹਨਾਂ ਨੇ ਇਤਿਹਾਸ ਵੀ ਨਹੀਂ ਲਿਖਵਾਇਆ। ਦੇਖੋ ਬਾਣੀ ਲਿਖੀ ਹੈ, ਬਾਣੀ ਦੇ ਵਿੱਚ ਕਿਤੇ ਇਤਿਹਾਸ ਨਹੀਂ ਲਿਖਿਆ। ਇਤਿਹਾਸ ਤਾਂ ਛੱਡੋ, ਆਪਣਾ ਨਾਮ ਨਹੀਂ ਲਿਖਿਆ ਵੀ ਨਾਮ ਦੇ ਨਾਲ ਨਾ ਸਾਡੇ ਨਾਲ ਜੁੜ ਜਾਣ। ਨਾਮ ਹੀ ਸਿਰਫ ਇੱਕ ਬਾਬੇ ਨਾਨਕ ਦਾ ਵਰਤਿਆ, ਹਾਂ ਕਿਤੇ ਕਿਤੇ ਵਰਤੇ ਹਨ, ਪਰ ਜ਼ਿਆਦਾ ਨਹੀਂ, ਸਾਰਿਆਂ ਦੇ ਨਹੀਂ, ਵੀ ਨਾਮਾਂ ਨਾਲ ਨਹੀਂ ਜੁੜਨਾ ਹੈ। ਕਿਉਂਕਿ ਨਾਮ ਵੀ ਝੂਠ ਹਨ, ਕਿਉਂਕਿ ਆਕਾਰ ਝੂਠ ਹੈ ਨਾ। ਤੇ ਆਕਾਰ ਦੇ ਨਾਲ ਜੁੜਨਾ ਸਿਖਾਲਾ ਹੈ, ਖਿਆਲ ਵਿੱਚ ਰੱਖਿਓ। ਜਦੋਂ ਕੋਈ ਵੀ ਸਤਿਪੁਰਖ ਆਉਂਦਾ ਹੈ ਨਾ, ਉਹ ਉਪਦੇਸ਼ ਦੇ ਨਾਲ ਜੋੜਦਾ ਹੈ, ਤੇ ਉਹਦੇ ਨਾਲ ਜੁੜਨ ਵਾਲੇ ਤੇ ਜ਼ਿਆਦਾਤਰ ਉਪਦੇਸ਼ ਦੇ ਨਾਲ ਜੁੜਨਗੇ, ਕਿਉਂਕਿ ਉਹ ਬਾਹਰੋਂ ਤੋੜਦਾ ਰਹੇਗਾ। ਪਰ ਉਹਦੇ ਜਾਣ ਤੋਂ ਬਾਅਦ, ਗੁਰੂਆਂ ਦੇ ਜਾਣ ਤੋਂ ਬਾਅਦ ਫਿਰ ਜ਼ਿਆਦਾ ਬਾਹਰ ਮੁਖੀ ਲੋਕ ਹੁੰਦੇ ਹਨ। ਤੇ ਜਿਹੜੇ ਬਾਹਰ ਮੁਖੀ ਹਨ ਉਹ ਬਾਹਰੋਂ ਦੇਖਦੇ ਹਨ ਉਹਨਾਂ ਨੇ ਕੀ ਕੀ ਕੰਮ ਕੀਤੇ ਹਨ, ਕਿੱਥੇ ਕਿੱਥੇ ਗਏ ਹਨ, ਕਿਵੇਂ ਕਿਵੇਂ ਕੀ ਕੀ ਕੀਤਾ ਹੈ। ਤੋ ਫਿਰ ਬੜਾ ਵਧਾ ਚੜਾ ਕੇ ਲਿਖਦੇ ਹਨ ਵੀ ਲੋਕਾਂ ਦੀ ਸ਼ਰਧਾ ਬਣੇ। ਔਰ ਸ਼ਰਧਾ बढ़ाਉਣ ਵਾਸਤੇ ਇਤਿਹਾਸ ਦੇ ਵਿੱਚ ਬੜੇ ਚਮਤਕਾਰ ਲਿਖੇ ਜਾਂਦੇ ਹਨ, ਤੇ ਤਕਰੀਬਨ ਸਾਰੇ ਹੀ ਲਿਖਦੇ ਹਨ। ਚਮਤਕਾਰਾਂ ਕਰਕੇ ਲੋਕ ਜ਼ਿਆਦਾ ਜੁੜਦੇ ਹਨ। ਪਰ ਜੀਂਦੇ ਜੀ ਉਹ ਚਮਤਕਾਰਾਂ ਦੇ ਨਾਲ ਥੋੜ੍ਹੀ ਜੋੜਦੇ ਹਨ, ਜੀਂਦੇ ਜੀ ਉਹ ਉਪਦੇਸ਼ ਦੇ ਨਾਲ ਜੋੜਦੇ ਹਨ। ਪਰ ਜਾਣ ਤੋਂ ਬਾਅਦ ਉਹਨਾਂ ਦੇ ਪਿੱਛੇ ਦੇਖਦੇ ਜਿਹੜੇ, ਉਹ ਫਿਰ ਉਹਨਾਂ ਦੇ ਸਥਾਨ ਬਣਾ ਲੈਂਦੇ ਹਨ। ਫਿਰ ਸਥਾਨਾਂ 'ਤੇ ਵੀ ਉਹ ਚਮਤਕਾਰ ਦੱਸਦੇ ਹਨ, ਅਤੇ ਲੋਕ ਉਹਨਾਂ ਦੇ ਸਥਾਨਾਂ ਦੇ ਨਾਲ ਜੁੜ ਜਾਂਦੇ। ਬਾਹਰ ਆਕਾਰ ਦੇ ਨਾਲ ਜੁੜਦੇ, ਤਸਵੀਰਾਂ ਬਣ ਜਾਂਦੀਆਂ, ਮੂਰਤੀਆਂ ਬਣ ਜਾਂਦੀਆਂ, ਅਤੇ ਬਾਹਰ ਪੂਜਾ ਪਾਠ ਚੱਲ ਪੈਂਦਾ। ਅਤੇ ਇੱਦਾਂ ਹੀ ਚੱਲ ਰਿਹਾ ਹੈ ਨਾ, ਸਿੱਖ ਇੱਦਾਂ ਹੀ ਕਰ ਰਹੇ ਆ। ਸ਼ਬਦ ਦੇ ਨਾਲ ਤਾਂ ਕੋਈ ਵੀ ਨਹੀਂ ਜੁੜਿਆ ਹੈ, ਕਿਉਂਕਿ ਸ਼ਬਦ ਦੇ ਨਾਲ ਜੁੜਨਾ ਔਖਾ ਹੈ, ਕਿਉਂਕਿ ਸ਼ਬਦ ਦਾ ਕੋਈ ਆਕਾਰ ਨਹੀਂ ਹੈ। ਲਿਖਿਆ ਵੀ ਹੈ ਨਾ, ਵਾਹੋ ਵਾਹੋ ਬਾਣੀ ਨਿਰੰਕਾਰ, ਆਕਾਰ ਤੋਂ ਰਹਿਤ। ਖਿਆਲ ਵਿੱਚ ਰੱਖਿਓ। ਜਿਵੇਂ ਗੁਰੂਆਂ ਦੇ ਬਾਹਰ ਸਰੀਰ ਨਾਲ ਕੋਈ ਜੁੜ ਗਿਆ, ਵੈਸੇ ਹੀ ਸਿੱਖ ਬਾਹਰ ਸ਼ਬਦ ਦੇ ਨਾਲ ਜੁੜੇ ਹਨ, ਸਥੂਲ ਸ਼ਬਦ। ਜਿਵੇਂ ਦੇਹੀ ਹੈ ਬਾਹਰ, ਫਿਰ ਸੂਖਸ਼ਮ ਸਰੀਰ ਹੈ, ਫਿਰ ਆਤਮਾ ਹੈ। ਇੱਦਾਂ ਹੀ ਪਹਿਲਾਂ ਸਥੂਲ ਸ਼ਬਦ ਹਨ ਜਿਹੜੇ ਲਿਖਣ ਵਿੱਚ ਆਉਂਦੇ ਹਨ, ਫਿਰ ਸੂਖਸ਼ਮ ਧੁਨ ਹੈ, ਫਿਰ ਆਦ੍ਰਿਸ਼ਟ ਸੁਨ ਹੈ। ਅਤੇ ਸ਼ਬਦ ਨਾਲ ਜੁੜਨ ਵਾਲਾ ਪਹਿਲਾਂ ਬਾਹਰ ਸ਼ਬਦ ਦੇਖੇਗਾ, ਪੜ੍ਹੇਗਾ, ਉਹਦੇ ਨਾਲ ਜੁੜੇਗਾ, ਉਹਨੂੰ ਜੀਵਨ ਦੇ ਵਿੱਚ ਧਾਰਨ ਕਰੇਗਾ, ਅਤੇ ਸੁਨ ਜੀ ਯਾਤਰਾ ਕਰੇਗਾ। ਅਤੇ ਬਾਹਰੋਂ ਹੀ ਪਹਿਲਾਂ ਜੁੜਿਆ ਜਾਂਦਾ ਹੈ। ਪਰ ਜਿਹੜੇ ਸ਼ਬਦ ਨਾਲ ਬਾਹਰ ਜੁੜੇ ਹੋਏ ਹਨ, ਉਹ ਬਾਹਰ ਹੀ ਜੁੜੇ ਰਹਿ ਜਾਂਦੇ ਹਨ,
ਕਿਉਂਕਿ ਅੰਦਰ ਨੂੰ ਪ੍ਰੇਰਨ ਵਾਲਾ ਉੱਥੇ ਕੋਈ ਨਹੀਂ ਹੈ। ਇਸੇ ਕਰਕੇ ਸਿੱਖ ਬਾਹਰ ਹੀ ਬਾਹਰ ਉਸ ਸ਼ਬਦਾਂ ਦੇ ਆਕਾਰ ਦੇ ਨਾਲ ਜੁੜ ਕੇ, ਦੇਹੀ ਦੇ ਨਾਲ ਜੁੜ ਕੇ ਦੇਹ ਬਣਾ ਲਿਆ। ਪਰ ਜਿਹੜਾ ਸਾਹਮਣੇ ਹੈ ਨਾ, ਉਹ ਕਹਿੰਦਾ ਹੈ ਨਹੀਂ, ਆਕਾਰ ਦੁਆਰਾ ਉਪਦੇਸ਼ ਦਿੱਤਾ ਜਾਂਦਾ ਹੈ। ਉਪਦੇਸ਼ ਦੁਆਰਾ ਤੁਸੀਂ ਮੇਰੇ ਨਾਲ ਜੁੜੋਗੇ, ਮੇਰੇ ਆਕਾਰ ਨਾਲ ਨਹੀਂ ਜੁੜਨਾ ਹੈ। ਅਤੇ ਜੀਂਦੇ ਜੀ ਕੋਈ ਵੀ ਸਤਿਗੁਰੂ ਆਕਾਰ ਨਾਲ ਨਹੀਂ ਜੋੜਦਾ। ਜਿਹੜੇ ਆਕਾਰ ਨਾਲ ਜੋੜ ਰਹੇ ਹਨ ਜ਼ਿਆਦਾ ਸਾਧੂ ਮਹਾਤਮਾ, ਜੀਂਦੇ ਜੀ ਜੋੜਦੇ ਹਨ, ਬਾਅਦ 'ਚ ਵੀ ਉਹਨਾਂ ਦੇ ਸਥਾਨ ਬਣ ਜਾਣੇ। ਅੰਗੀਠਿਆਂ ਦੇ ਨਾਲ ਜੁੜੀ ਜਾਂਦੇ ਲੋਕ, ਮਠਾਂ ਦੇ ਨਾਲ ਜੁੜੀ ਜਾਂਦੇ ਸ਼ਹੀਦਾਂ ਦੇ। ਅਤੇ ਜਿਹੜੇ ਬਾਹਰ ਜੋੜਦੇ ਹਨ ਜ਼ਿਆਦਾ ਮੂੜ ਹਨ। ਦ੍ਰਿਸ਼ਟਮਾਨ ਹੈ ਸਗਲ ਮਿਥਿਆ, ਬਾਹਰ ਮਿਥਿਆ ਹੈ। ਇਸੇ ਕਰਕੇ ਇਤਿਹਾਸ ਮਿਥਿਆ ਹੈ। ਉਪਦੇਸ਼ ਸੱਤ ਹੈ। ਉਪਦੇਸ਼ ਦੁਆਰਾ ਤੁਸੀਂ ਅੰਦਰੋਂ ਜੁੜੋਗੇ। ਫਿਰ ਪੁਰਾਣੇ ਸਤਿਗੁਰਾਂ ਦੇ ਉਪਦੇਸ਼ ਦੁਆਰਾ ਵੀ ਲੋਕ ਬਾਹਰ ਹੀ ਜੁੜਦੇ ਹਨ। ਜਿਵੇਂ ਸਿੱਖ ਹਨ, ਅੰਦਰੋਂ ਉਹ ਜੁੜੇਗਾ ਜਿਹੜਾ ਉਪਦੇਸ਼ 'ਤੇ ਅਮਲ ਕਰੇਗਾ। ਅਮਲ ਕਰਨਾ ਬਹੁਤ ਔਖਾ ਹੈ, ਅਤੇ ਅਮਲ ਕਰੇਗਾ ਉਹ ਬਾਹਰੋਂ ਮਿਟੇਗਾ। ਅਤੇ ਜਿਹੜਾ ਬਾਹਰੋਂ ਮਿਟੇਗਾ ਉਹ ਹੀ ਅੰਦਰ ਜੁੜੇਗਾ ਨਾ। ਹੁਣ ਬਾਹਰੋਂ ਕੋਈ ਮਿਟਣਾ ਚਾਹੁੰਦਾ ਨਹੀਂ। ਸਿੱਖ ਕੋਈ ਚਾਹੁੰਦਾ ਹੈ ਸੰਸਾਰ ਛੱਡਣਾ? ਪੁੱਛੋ ਜਰਾ। ਲਿਖਿਆ ਵੀ ਹੈ ਨਾ, ਜੋ ਪ੍ਰਾਣੀ ਮਾਇਆ ਮਮਤਾ ਤਜੈ ਲਿਓ ਭੇਖ ਪੈਰਾ, ਕਹੋ ਨਾਨਕ ਸੁਨ ਰੇ ਮਨਾ ਤੇ ਨਰ ਮਾਥੇ ਭਾਗ। ਪਰ ਉਹ ਇਤਿਹਾਸ ਦੀ ਗੱਲ ਕਰਨਗੇ, ਉਹ ਕਹਿਣਗੇ ਗੁਰੂਆਂ ਨੇ ਸਾਡਿਆਂ ਨੇ ਘਰ ਨਹੀਂ ਸੀ ਛੱਡੇ। ਉਹ ਇਤਿਹਾਸ ਦੇ ਨਾਲ ਜੁੜੇ ਹੋਏ ਹਨ, ਉਪਦੇਸ਼ ਦੇ ਨਾਲ ਥੋੜ੍ਹੀ ਕੋਈ ਜੁੜਦਾ ਹੈ। ਕਿਉਂਕਿ ਉਪਦੇਸ਼ ਮਿਟਣਾ ਦੱਸਦਾ ਹੈ, ਮਿਟਣਾ ਕੋਈ ਚਾਹੁੰਦਾ ਨਹੀਂ, ਛੱਡਣਾ ਕੋਈ ਚਾਹੁੰਦਾ ਨਹੀਂ। ਅਤੇ ਬਾਹਰ ਜੁੜਨਾ ਸਿਖਾਲਾ ਹੈ, ਜੋੜਨਾ ਵੀ ਸਿਖਾਲਾ ਹੈ। ਇਸ ਕਰਕੇ ਸਾਧੂ ਮਹਾਤਮਾ ਬਾਹਰ ਜੋੜਦੇ ਰਹਿੰਦੇ ਹਨ, ਪੁਰਾਣੇ ਸਥਾਨਾਂ ਨਾਲ, ਪੁਰਾਣੇ ਗੁਰੂਆਂ ਨਾਲ। ਬਾਹਰ ਜੁੜੇ ਹੋਇਆਂ ਦਾ ਸਾਥ ਛੱਡੋ।